ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਪੰਜਾਬ ਨੰਬਰ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ। ਗੱਲ ਅਸੀਂ ਕਰਾਂਗੇ ਇੱਕ ਵਾਰ ਫਿਰ ਸਰਕਾਰ ਨਾਲ ਅਸਹਿਮਤੀ ਦਾ ਮਾਮਲਾ ਜਿਹੜਾ ਹੈਗਾ ਉਹ ਚਰਚਾ 'ਚ ਹੈ। ਦੁਬਾਰਾ ਚਰਚਾ ਕਿਉਂ ਛਿੜੀ ਇਹਦੇ 'ਤੇ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਮਸਲੇ ਸਾਹਮਣੇ ਆਏ ਆ ਔਰ ਨਵੇਂ ਮਸਲੇ ਆ। ਕਈ ਮਸਲੇ ਇਸ ਤਰ੍ਹਾਂ ਦੇ ਹੈਗੇ ਆ ਜਿਹਦੇ 'ਤੇ ਸਰਕਾਰ ਨੂੰ ਹੁਣ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਔਰ ਪੁਲਿਸ ਨੂੰ ਵੀ ਜਿਹੜਾ ਹੈਗਾ ਇਹਨਾਂ ਕਾਰਵਾਈਆਂ ਤੋਂ ਗੁਰੇਜ਼ ਕਰਨਾ ਚਾਹੀਦਾ ਜਾਂ ਪੁਲਿਸ ਨੂੰ ਜਿਹੜਾ ਹੈਗਾ ਮਸ਼ੀਨਰੀ ਬਣਾਉਣ ਤੋਂ ਘੱਟੋ ਘੱਟ ਇਸ ਤਰ੍ਹਾਂ ਦੀ ਕਾਰਵਾਈਆਂ ਤੋਂ ਸਰਕਾਰ ਕੇਂਦਰ ਸਰਕਾਰ ਗੁਰੇਜ਼ ਕਰੇ। ਕਿਉਂਕਿ ਮਸਲਾ ਜਿਹੜਾ ਉੱਠਿਆ ਸੀ ਇਹ ਇੱਕ ਵਾਰ ਕਿਸਾਨ ਅੰਦੋਲਨ ਤੋਂ ਬਾਅਦ ਜਿਹੜੇ ਟੂਲ ਕਿੱਟ ਦਾ ਮਾਮਲਾ ਸੋਸ਼ਲ ਮੀਡੀਆ ਨੂੰ ਲੈ ਕੇ ਮਾਮਲਾ ਚਰਚਾ 'ਚ ਆਇਆ ਸੀ। ਖਾਸ ਕਰਕੇ ਜਦੋਂ ਇੱਕ ਜਿਹੜੀ ਬੱਚੀ ਹੈ, ਲੜਕੀ ਹੈ, ਨੌਜਵਾਨ 21 ਸਾਲ ਦੀ ਦਿਸ਼ਾ ਰਵੀ ਜਿਹੜੀ ਸੀ, ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਉਹਦੀ ਇਸ ਕਰਕੇ ਹੋਈ ਕਿਉਂਕਿ ਉਹਨੇ ਸਰਕਾਰ ਦੀ ਆਲੋਚਨਾ ਕੀਤੀ ਸੀ। ਆਲੋਚਨਾ ਕਰਨ ਤੋਂ ਬਾਅਦ ਜਦ ਸੋਸ਼ਲ ਮੀਡੀਆ ਦੇ ਵਿੱਚ ਆਲੋਚਨਾ ਕੀਤੀ ਸੀ ਉਹਦੇ ਉੱਤੇ ਕਾਫੀ ਸਾਰੀਆਂ ਧਾਰਾਵਾਂ ਲਾਈਆਂ ਗਈਆਂ। ਉਹਨੂੰ ਦੇਸ਼ ਧਰੋਹੀ ਕਿਹਾ ਗਿਆ, ਉਹਦੇ 'ਤੇ ਦੇਸ਼ ਧਰੋਹੀ ਦੀਆਂ ਧਾਰਾਵਾਂ ਲੱਗੀਆਂ ਔਰ ਇੱਥੋਂ ਤੱਕ ਕਿ ਖਾਲਸਤਾਨੀਆਂ ਨਾਲ ਸੰਬੰਧ ਗਰਦਾਨ ਦਿੱਤੇ ਗਏ ਕਿ ਉਹਦੇ ਹੈਗੇ ਆ ਔਰ ਉਹਨੂੰ ਚੱਕ ਕੇ ਅੰਦਰ ਦਿੱਤਾ ਗਿਆ। ਪਰ ਬਾਅਦ 'ਚ ਅਦਾਲਤ ਨੇ ਉਹਨੂੰ ਜ਼ਮਾਨਤ ਦੇ ਦਿੱਤੀ, ਕਿਹਾ ਕਿ ਸਰਕਾਰ ਨਾਲ ਸਹਿਮਤੀ ਪ੍ਰਗਟਾਉਣੀ ਕੋਈ ਦੇਸ਼ ਧਰੋਹੀ ਨਹੀਂ ਹੈ। ਔਰ ਇਸ ਤੋਂ ਬਾਅਦ ਇੱਕ ਜਿਹੜਾ ਹੋਰ ਮਾਮਲਾ ਆਉਂਦਾ ਹੈ, ਮਾਮਲਾ ਇਹ ਆ ਕਿ ਕੱਲ੍ਹ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਕੁਛ ਮਾਮਲਿਆਂ ਦੇ ਵਿੱਚ, ਖਾਸ ਕਰਕੇ ਉਹਦੇ ਵਿੱਚ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ, ਉਹਨਾਂ ਦਾ ਮਾਮਲਾ ਕਾਫੀ ਚਰਚਾ 'ਚ ਹੈ। ਜਦੋਂ ਉਹਨਾਂ ਨੇ ਧਾਰਾ 370 ਨੂੰ ਲੈ ਕੇ ਸਰਕਾਰ ਦੀ ਆਲੋਚਨਾ ਕੀਤੀ, ਸਖਤ ਟਿੱਪਣੀਆਂ ਕੀਤੀਆਂ ਸੀ ਤੇ ਕਿਹਾ ਸੀ ਕਿ 370 ਧਾਰਾ ਬਹਾਲ ਕੀਤੀ ਜਾਵੇ ਜੰਮੂ ਕਸ਼ਮੀਰ ਦੇ ਵਿੱਚ ਔਰ ਉਹਨਾਂ ਦੇ ਉੱਪਰ ਵੀ ਦੇਸ਼ ਧਰੋਹੀ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਦੇ ਖਿਲਾਫ ਅਸਹਿਮਤੀ ਪ੍ਰਗਟਾਉਣੀ ਦੇਸ਼ ਧਰੋਹੀ ਨਹੀਂ ਹੋ ਸਕਦਾ। ਸੋ ਇਸ ਮਾਮਲੇ 'ਤੇ ਗੱਲ ਕਰਾਂਗੇ। ਇਸ ਤੋਂ ਪਹਿਲਾਂ ਕਾਫੀ ਸਾਰੇ ਮਾਮਲੇ ਹੋਰ ਵੀ ਸੀ ਕਿ ਦੇਸ਼ ਦੇ ਅੰਦਰ ਇਹ ਕੀ ਹੋ ਰਿਹਾ ਆ ਔਰ ਕਿੰਨੀ ਦੇਰ ਤੱਕ ਚੱਲੇਗਾ। ਇਸ ਗੱਲਬਾਤ ਲਈ ਮੇਰੇ ਨਾਲ ਨੇ ਗੁਰਤੇਜ ਸਿੰਘ, ਸੇਵਾ ਮੁਕਤ IAS ਨੇ ਔਰ ਰਾਜਨੀਤਿਕ ਵਿਸ਼ਲੇਸ਼ਕ ਨੇ, ਵਿਦਵਾਨ ਨੇ, ਪੰਜਾਬ ਦੀ ਰਾਜਨੀਤੀ ਦੇ ਖਾਸ ਕਰਕੇ ਜਾਣਕਾਰ ਨੇ, ਚਾਹੇ ਉਹ ਸਿੱਖ ਰਾਜਨੀਤੀ ਹੋਵੇ, ਚਾਹੇ ਉਹ ਜਿਹੜਾ ਕਿ ਵਾਰ-ਵਾਰ ਸਰਕਾਰ ਖਾਲਿਸਤਾਨ ਦਾ ਨਾਂ ਲੈ ਰਹੀ ਹੈ, ਜਿਹੜਾ ਹਵਾ ਖੜਾ ਕਰ ਰਹੀ ਹੈ ਵਾਰ-ਵਾਰ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜਿਹੜਾ ਹਥਿਆਰ ਬਣਾ ਕੇ ਅੰਦਰ ਕੀਤਾ ਜਾ ਰਿਹਾ, ਚਾਹੇ ਉਹ ਕਿਸਾਨ ਅੰਦੋਲਨ ਦੇ ਵਿੱਚ 26 ਜਨਵਰੀ ਦਾ ਮਾਮਲਾ ਹੋਵੇ। ਸੋ ਇਹ ਸਾਰੇ ਮੁੱਦਿਆਂ ਦੇ ਉੱਪਰ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਗੁਰਤੇਜ ਸਿੰਘ ਜੀ। ਥੈਂਕ ਯੂ ਸੋ ਮਚ। ਔਰ ਜਿਵੇਂ ਕਿ ਮੈਂ ਆਪਣੀ ਭੂਮਿਕਾ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਵਾਰ-ਵਾਰ ਮਾਮਲਾ ਭਖ ਰਿਹਾ ਹੈ, ਇਹਦੇ ਪਿੱਛੇ ਕੀ ਕਾਰਨ ਹੈਗੇ ਆ ਤੇ ਕੀ ਇਹ ਇਸ ਤਰ੍ਹਾਂ ਜੇ ਜਾਰੀ ਰਿਹਾ ਤਾਂ ਅੱਗੇ ਜਾ ਕੇ ਇਹਦਾ ਨੁਕਸਾਨ ਦੇਸ਼ ਨੂੰ ਕੀ ਹੋਊਗਾ ਜੀ? ਜਿਹੜਾ ਇਹ ਸੁਪਰੀਮ ਕੋਰਟ ਨੇ ਹੁਣ ਮਸਲੇ ਦੀ ਗੱਲ ਕੀਤੀ ਹੈ ਜੀ ਸਰ, ਇਹ ਜਿਹੜੀ ਐਬਰੇਸ਼ਨ ਹੈ ਜਾਂ ਇੱਕ ਗਲਤ ਰਵਾਇਤ ਸਾਡੇ ਚੱਲੀ ਹੈ ਜੀ, ਇਹ ਕਾਫੀ ਦੇਰ ਤੋਂ ਚਲੀ ਆ ਰਹੀ ਹੈ ਜੀ ਔਰ ਇਹ ਕੋਈ ਇਸ ਤਰ੍ਹਾਂ ਨਹੀਂ ਕਿ ਅੱਜ ਹੀ ਇਸ ਤੱਕ ਇਹ ਨਵੀਂ ਹੈ ਜੀ। ਪਿਛਲੇ ਸਮਿਆਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ। ਲੇਕਿਨ ਜਿੱਥੇ ਕਿਤੇ ਵੀ ਡੈਮੋਕ੍ਰੇਸੀ ਹੈ, ਲੋਕ ਰਾਜ ਹੈ, ਉਸ ਦੇ ਵਿੱਚ ਇੱਕ ਅਥਾਰਟੀ ਚਾਹੀਦੀ ਹੁੰਦੀ ਹੈ ਜਿਹੜੀ ਕਿ ਜੋ ਲੋਕਾਂ ਦੀਆਂ ਮੁਸ਼ਕਲਾਂ ਹੋਣ, ਝਗੜੇ ਹੋਣ, ਉਹਨਾਂ ਨੂੰ ਨਿਪਟਾ ਸਕੇ ਔਰ ਫਾਈਨਲ ਆਪਣਾ ਆਰਡਰ ਦੇ ਸਕੇ ਕਿ ਜੀ ਆਹ ਹੁਣ ਤੁਹਾਡਾ ਮਸਲਾ ਹੱਲ ਹੋ ਗਿਆ। ਇਹ ਕੌਨਫਲਿਕਟ ਰਿਜ਼ੋਲਵਿੰਗ ਮਸ਼ੀਨਰੀ ਚਾਹੀਦੀ ਹੈ ਹਰ ਡੈਮੋਕ੍ਰੇਸੀ ਦੇ ਵਿੱਚ, ਲੋਕ ਰਾਜ ਦੇ ਵਿੱਚ। ਸਾਡੇ ਲੋਕ ਰਾਜ ਦੇ ਵਿੱਚ ਸੁਪਰੀਮ ਕੋਰਟ ਹੈ ਔਰ ਸੁਪਰੀਮ ਕੋਰਟ ਦੇ ਜੱਜਸ ਜਿਹੜੇ ਹਨਗੇ ਇਹਨਾਂ ਨੂੰ ਬੜੀ ਅੱਛੀ ਤਨਖਾਹ ਦਿੱਤੀ ਜਾਂਦੀ ਹੈ, ਬੜਾ ਵਧੀਆ ਸਟੇਟਸ ਹੈ ਇਹਨਾਂ ਦਾ ਔਰ ਜੁਡੀਸ਼ਰੀ ਦਾ ਫਰਜ਼ ਹੈ ਕਿ ਉਹ ਸਾਰੇ ਜਿਹੜੀ ਗੌਰਮੈਂਟ ਹੈ ਉਸ ਦੇ ਵਿੱਚ ਇੱਕ ਸੰਤੁਲਨ ਇੱਕ ਬਣਾ ਕੇ ਰੱਖੇ। ਲੇਕਿਨ ਇਹ ਜਿਹੜੇ ਜੱਜਸ ਕਈ ਵਾਰੀ ਆਪਣੇ ਪਾਵਰਸ ਨੂੰ ਐਕਸਰਸਾਈਜ਼ ਨਹੀਂ ਕਰਦੇ ਤੇ ਆਪਣੇ ਕਾਨੂੰਨ ਦੇ ਅਨੁਸਾਰ ਫੈਸਲੇ ਨਹੀਂ ਕਰਦੇ, ਉਦੋਂ ਕੌਮਾਂ ਬੇਦਿਲ ਹੋ ਜਾਂਦੀਆਂ ਨੇ ਔਰ ਜਿਹੜੀ ਹੁੰਦੀ ਹੈ ਲੋਕ ਰਾਜ ਹੁੰਦਾ ਹੈ ਉਸ ਦੇ ਵਿੱਚੋਂ ਜਾਨ ਨਿਕਲ ਜਾਂਦੀ ਹੈ, ਉਹ ਨਿਸੱਤਾ ਹੋ ਜਾਂਦਾ ਹੈ ਜੀ। ਤਾਂ ਇਸ ਤਰ੍ਹਾਂ ਦੇ ਸਿਚੁਏਸ਼ਨ ਸਾਡੇ ਸਾਹਮਣੇ ਹੁਣ ਇਸ ਵੇਲੇ ਆਇਆ ਹੋਇਆ ਹੈ ਜੀ ਔਰ ਪਿੱਛੇ ਹੀ ਆ ਥੋੜ੍ਹੀ ਜਿਹੀ ਖੜੋਤ ਟੁੱਟਣੀ ਸ਼ੁਰੂ ਹੋਈ ਹੈ। ਹੁਣ ਜਿਹੜੇ ਇਹ ਇਸ ਤਰ੍ਹਾਂ ਦੇ ਹੁੰਦੇ ਨੇ ਕੋਰਟਸ, ਇਹਨਾਂ ਦਾ ਮਹੱਤਵ ਹਰ ਇੱਕ ਲੋਕ ਰਾਜ ਦੇ ਵਿੱਚ ਹੁੰਦਾ ਹੈ, ਲੇਕਿਨ ਸਾਡੇ ਲੋਕ ਰਾਜ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹਨਗੇ ਕਿਉਂਕਿ ਇੱਥੇ ਕਈ ਕੌਮਾਂ, ਕਈ ਕਲਚਰ,
ਕਈ ਦੇਸ਼ ਇਕੱਠੇ ਹਨਗੇ ਜੀ ਔਰ ਇਹਨਾਂ ਦੇ ਵਿੱਚ ਕੌਨਫਲਿਕਟ ਹੋਣਾ, ਮਾੜਾ ਮੋਟਾ ਤਕਰਾਰ ਹੋਣਾ, ਕੋਈ ਡਿਫਰੈਂਸਿਸ ਹੋਣਾ ਬਹੁਤ ਸੰਭਵ ਹੈ। ਜੀ ਤਾਂ ਇਹ ਜਿਹੜਾ ਹੈਗਾ ਇਸ ਨੂੰ ਮਿਟਾਉਣ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮੁਲਕ ਦੇ ਵਿੱਚ ਗਦਰ ਮਚ ਜਾਏਗਾ। ਹੁਣ ਜੇ ਫਰਜ਼ ਕਰੋ ਸੁਪਰੀਮ ਕੋਰਟ ਨੇ ਆਪਣਾ ਕੰਮ ਕੀਤਾ ਹੁੰਦਾ, ਜੀ ਪੰਜਾਬ ਦਾ ਮਸਲਾ ਸਿਰਫ ਕਾਨੂੰਨੀ ਮਸਲੇ ਸਨ ਜਿਹੜੇ ਜਿਨ੍ਹਾਂ ਦੇ ਉੱਤੇ ਧਰਮ ਯੁੱਧ ਮੋਰਚਾ ਲੱਗਿਆ ਜੀ ਔਰ ਜਿਹੜਾ ਸਾਰਿਆਂ ਤੋਂ ਵੱਡਾ ਮਸਲਾ ਸੀ ਉਹ ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਸੀ। ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਆ ਜਿਹੜੀਆਂ ਫਲਾਨੀਆਂ ਧਾਰਾਵਾਂ ਹਨਗੀਆਂ ਇਸ ਦੀਆਂ ਰੀਆਰਗਨਾਈਜੇਸ਼ਨ ਐਕਟ ਦੀਆਂ, ਜੀ ਇਹ ਸਾਰੀਆਂ ਅਲਟਰਾ ਵਾਇਰਸ ਹਨਗੀਆਂ, ਕਨਸਟੀਟਿਊਸ਼ਨ ਦੇ ਬਾਹਰ ਦੀਆਂ ਹਨਗੀਆਂ, ਕਨਸਟੀਟਿਊਸ਼ਨ ਦੇ ਬਰਖਲਾਫ ਹਨਗੀਆਂ। ਪੰਜਾਬ ਦੀ ਵੰਡ ਦੀ ਗੱਲ ਕਰ ਰਹੇ ਹੋ, ਜਦੋਂ ਪੰਜਾਬ ਵੰਡਿਆ ਗਿਆ, ਜਦੋਂ ਪੰਜਾਬੀ ਸੂਬਾ ਬਣਿਆ, ਜਦੋਂ ਹਰਿਆਣਾ ਨਾਲ ਹਿਮਾਚਲ ਵੀ ਪੰਜਾਬ ਚ ਜਿਹੜਾ ਇਹਦੇ ਅਧੀਨ ਪਾਣੀ ਪੰਜਾਬ ਦਾ ਕਿਸੇ ਹੋਰ ਸਟੇਟ ਨੂੰ ਨਹੀਂ ਦਿੱਤਾ ਜਾ ਸਕਦਾ, ਸਿੱਧੀ ਜੀ ਗੱਲ ਸੀ। ਬਿਲਕੁਲ। ਲੇਕਿਨ ਇਸ ਨੂੰ ਇੰਨਾ ਲਮਕਾਇਆ ਗਿਆ ਔਰ ਸੁਪਰੀਮ ਕੋਰਟ ਅੱਜ ਤੱਕ ਇਸ ਦੇ ਉੱਤੇ ਕਲੀਅਰ ਕੱਟ ਫੈਸਲਾ ਨਹੀਂ ਦੇ ਸਕਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੱਖਾਂ ਜਾਨਾਂ ਗਈਆਂ ਲੇਕਿਨ ਉਹ ਨਿਸ਼ਚਿੰਤ ਹੋ ਕੇ ਸੁੱਤੇ ਰਹੇ। ਤਾਂ ਜੇ ਇਸ ਤਰ੍ਹਾਂ ਦੀ ਐਟੀਟਿਊਡ, ਫੇਰ ਦੇਖੋ ਤੁਸੀਂ ਦਿੱਲੀ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਸ ਦੇ ਵਿੱਚ ਸੁਪਰੀਮ ਕੋਰਟ ਕੁਝ ਨਹੀਂ ਕਹਿ ਸਕਿਆ। ਉਹ ਜਿਹੜੇ ਆਪਣੇ ਸਵਾਮੀ ਰਾਮਦੇਵ ਜੀ ਹਨ ਉਹਨਾਂ ਨੇ ਥੋੜਾ ਬਹੁਤ ਰੌਲਾ ਰੌਲਾ ਪਾਇਆ, ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਮੀਟਿੰਗ ਕੀਤੀ ਤੇ ਉਹਨਾਂ ਦੇ ਸ਼ਿਵਰ ਦੇ ਉੱਤੇ ਹਮਲਾ ਹੋ ਗਿਆ, ਪੁਲਿਸ ਨੇ ਉਹਨੂੰ ਖਦੇੜਤਾ। ਤਾਂ ਉਸ ਦੇ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਜੀ, ਅੱਧੀ ਰਾਤ ਨੂੰ ਸੁੱਤੇ ਪਏ ਲੋਕਾਂ ਦੇ ਉੱਤੇ ਇਹਨਾਂ ਨੇ ਹਮਲਾ ਕੀਤਾ, ਬੜਾ ਜ਼ੁਲਮ ਕੀਤਾ। ਤੇ ਜਿਹੜੇ ਉੱਥੇ ਲੱਖਾਂ ਲੋਕ, ਹਜ਼ਾਰਾਂ ਲੋਕ, ਸਾਡਾ ਐਸਟੀਮੇਟ ਹੈ ਕਿ 10,000 ਤੋਂ ਵੱਧ ਲੋਕ ਦਿੱਲੀ ਦੀਆਂ ਸੜਕਾਂ ਦੇ ਉੱਤੇ ਮਾਰੇ ਗਏ ਔਰ ਗੁਰਦੁਆਰੇ ਸਾੜੇ ਗਏ, ਉਹਨਾਂ ਦੇ ਬਾਰੇ ਸੁਪਰੀਮ ਕੋਰਟ ਨੇ ਸੁਓ ਮੋਟੋ ਕੋਈ ਐਕਸ਼ਨ ਨਹੀਂ ਲਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹਨਗੀਆਂ, ਇਹਨਾਂ ਦੇ ਨਾਲ ਕੌਨਫਲਿਕਟ ਵੱਧਦੀ ਹੈ ਔਰ ਜਿਹੜਾ ਮੁਲਕ ਇੱਕ ਹੋਣ ਵੱਲ ਤੁਰਿਆ ਹੁੰਦਾ ਹੈ ਉਹਦੇ ਵਿੱਚ ਦੁਫੇੜ ਪੈ ਜਾਂਦਾ ਹੈ ਔਰ ਕਈ ਸਮਾਜ ਵੱਖਰੀ ਕਿਸਮ ਦੀ ਸੋਚ ਰੱਖਣ ਲੱਗ ਪੈਂਦੇ ਨੇ। ਇਸ ਕਰਕੇ ਇਹ ਸੁਪਰੀਮ ਕੋਰਟ ਦਾ ਨਿਆਇਕ ਹੋਣਾ ਔਰ ਨਿਆਂ ਦੇ ਅਨੁਸਾਰ, ਸੰਵਿਧਾਨ ਦੇ ਅਨੁਸਾਰ, ਆਇਨ ਦੇ ਅਨੁਸਾਰ ਆਪਣੇ ਫੈਸਲੇ ਕਰਨਾ ਬੇਹੱਦ ਜ਼ਰੂਰੀ ਹੈ। ਇਹ ਤੁਹਾਡੀ ਗੱਲ ਠੀਕ ਹੈ, ਬਿਲਕੁਲ ਇਸ ਗੱਲ ਨਾਲ ਸਾਰੇ ਸਹਿਮਤ ਹੈ। ਪਰ ਜਦੋਂ ਸੁਪਰੀਮ ਕੋਰਟ, ਜਿਵੇਂ ਮਿਸਾਲ ਦੇ ਤੌਰ ਤੇ ਆ ਜਿਹੜੇ ਖਾਸ ਕਰਕੇ ਜਿਹੜੇ ਕੱਲ ਜਿਹੜੀ ਸੁਪਰੀਮ ਕੋਰਟ ਦੇ ਫੈਸਲੇ ਕੀਤੇ ਹੈ ਕਿ ਸਰਕਾਰ ਨਾਲ ਇਹ ਅਸਹਿਮਤੀ ਨਹੀਂ ਹੋ ਸਕਦੀ, ਸਰਕਾਰ ਦੀ ਆਲੋਚਨਾ ਕੋਈ ਅਸਹਿਮਤੀ ਵਾਲਾ ਮਾਮਲਾ ਤਾਂ ਹੈ ਲੇਕਿਨ ਇਹ ਦੇਸ਼ ਧਰੋਹੀ ਵਾਲਾ ਮਾਮਲਾ ਨਹੀਂ ਹੈਗਾ। ਅਸਹਿਮਤੀ ਦੇਸ਼ ਧਰੋਹੀ ਕੇਸ ਨਹੀਂ ਬਣਦਾ, ਦੇਸ਼ ਧਰੋਹ ਨਹੀਂ ਹੋ ਸਕਦਾ। ਪਰ ਕੀ ਇਸ ਤੋਂ ਬਾਅਦ ਸਰਕਾਰ ਕਿਸੇ ਦੇ ਉੱਤੇ ਦੇਸ਼ ਧਰੋਹ ਦਾ ਜਿਹੜਾ ਇਹ ਸ਼ਿਕੰਜਾ ਹੈ ਉਹ ਨਹੀਂ ਕੱਸੇਗੀ? ਕੀ ਪੁਲਿਸ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰੇਗੀ? ਇੱਕ ਬੜਾ ਵੱਡਾ ਸਵਾਲ ਹੈ ਜੀ। ਸਰਕਾਰਾਂ ਦੇ ਮਸਲੇ ਇਸ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ। ਜੇ ਸਰਕਾਰਾਂ ਨਿਆਂ ਕਰਨ ਜੋਗੀਆਂ ਹੀ ਹੋਣ ਤਾਂ ਸੁਪਰੀਮ ਕੋਰਟ ਦੀ ਲੋੜ ਹੀ ਨਾ ਪਵੇ ਜੀ, ਕਿਸੇ ਵੀ ਕੋਰਟ ਦੀ ਲੋੜ ਨਾ ਪਵੇ। ਆਪਣੇ ਤਾਂ ਖਾਸ ਤੌਰ ਦੇ ਉੱਤੇ ਦਿੱਲੀ ਤਾਂ ਅਨਿਆਂਕਾਰੀ ਸ਼ੁਰੂ ਤੋਂ ਰਹੀ ਹੈ। ਤੁਸੀਂ ਨਿਜ਼ਾਮਤ ਦੀ ਵਾਰ ਪੜ੍ਹੀ ਹੋਣੀ ਹੈ ਕਿ ਦਿੱਲੀ ਹੈ ਸਿਆਰੀਏ ਤੈਂ ਰਤ ਧੜੀ ਲਵਾਈ, ਤੂੰ ਮਾਸ ਖਾਇਓ ਪੁੱਤਰਾਂ ਜਿਉ ਬਕਰ ਕਸਾਈ। ਸੋ ਇਹ ਤਾਂ ਇਹਨਾਂ ਦਾ ਦਿੱਲੀ ਦਾ ਖਾਸਾ ਰਿਹਾ। ਉਹ ਅਹਿਮਦ ਸ਼ਾਹ ਅਬਦਾਲੀ ਵੇਲੇ ਤੁਸੀਂ ਦੇਖਿਆ ਕੀ ਹੋਇਆ ਸੀ ਇੱਥੇ, ਤੇ ਮੁਗਲਾਂ ਦੇ ਔਰੰਗਜ਼ੇਬ ਦੇ ਰਾਜ ਵੇਲੇ। ਸੋ ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਕਿਸੇ ਤੋਂ ਕੁਝ ਨਹੀਂ ਸਿੱਖਦੀਆਂ। ਇਤਿਹਾਸ ਦਾ ਮੈਂ ਵਿਦਿਆਰਥੀ ਹਾਂ ਔਰ ਇਤਿਹਾਸ ਦੇ ਵਿੱਚ ਅਸੀਂ ਇਹ ਜਾਣਦੇ ਹਾਂ, ਇਤਿਹਾਸ ਪੜ੍ਹਨ ਵਾਲੇ, ਕਿ ਇਤਿਹਾਸ ਤੋਂ ਕੋਈ ਕੱਖ ਨਹੀਂ ਸਿੱਖਦਾ। ਇਤਿਹਾਸਿਕ ਲੈਸਨ ਇੱਕੋ ਹੀ ਹੈ ਕਿ ਹਿਸਟਰੀ ਹੈਜ਼ ਨੋ ਲੈਸਨ। ਸਾਰੇ ਪੜ੍ਹ ਲੈਂਦੇ ਆ, ਆਪਣੇ ਆਪਣੇ ਹਿਸਾਬ ਨਾਲ ਉਸ ਨੂੰ ਇੰਟਰਪ੍ਰੀਟ ਕਰ ਲੈਂਦੇ ਆ ਔਰ ਉਸ ਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਸਰਕਾਰ ਦੇ ਵਿੱਚ ਸਰਕਾਰ ਦੀ ਫਿਤਰਤ ਕਿਸ ਤਰ੍ਹਾਂ ਦੀ ਹੈ, ਇਹ ਜਿਹੜੀ ਅੱਜ ਕੱਲ੍ਹ ਸਾਡੀ ਸਰਕਾਰ ਆਈ ਹੋਈ ਹੈ, ਇਹ ਤਾਂ ਲੋਕਾਂ ਨੂੰ ਪਾੜ ਕੇ ਔਰ ਲੋਕਾਂ ਨੂੰ ਦੁਫੇੜ ਕਰਕੇ ਇੱਕ ਦੂਸਰੇ ਦੇ ਬਰਖਲਾਫ ਨਫ਼ਰਤ ਵਧਾ ਕੇ ਆਪਣੀ ਲੈਜੀਟੀਮੇਸੀ ਬਣਾ ਰਹੀ ਹੈ। ਔਰ ਉਹ ਸਮਝਦੀ ਹੈ ਵੀ ਜਿਹੜੇ ਹਿੰਦੂ ਲੋਕ ਹਨਗੇ ਉਹ ਉਸ ਨੂੰ ਬੜਾ ਅੱਛਾ ਸਮਝ ਰਹੇ ਹੈ। ਲੇਕਿਨ ਜਿੱਥੋਂ ਤੱਕ ਮੈਨੂੰ ਪਤਾ ਹੈ ਹਿੰਦੂ ਫਿਤਰਤ ਦਾ, ਉਹ ਇਸ ਤਰ੍ਹਾਂ ਦੇ ਚੀਜ਼ ਨੂੰ ਬਹੁਤ ਦੇਰ ਤੱਕ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਕੋਈ ਵੀ ਇਸ ਤਰ੍ਹਾਂ ਦਾ ਹਿੰਦੂ ਸ਼ਾਸਤਰ ਨਹੀਂ ਹੈ ਜਿਹਦੇ ਵਿੱਚ ਲੋਕਾਂ ਦੇ ਬਰਖਲਾਫ ਮਨੂ ਸਮ੍ਰਿਤੀ ਨੂੰ ਜੇ ਤੁਸੀਂ ਛੱਡ ਦਿਓ ਤਾਂ ਲੋਕ ਸਾਰਿਆਂ ਦੇ ਨਾਲ ਰਲ ਮਿਲ ਕੇ ਰਹਿਣ ਦੀ ਜਿਹੜੀ ਇਹ ਬਾਰ-ਬਾਰ ਕੋਟ ਕਰਦੇ ਹੁੰਦੇ ਆ ਕਿ ਵਸੂਧੈਵ ਕੁਟੁੰਬਕਮ, ਇਹ ਭਾਵਨਾ ਇਹਨਾਂ ਦੀ ਸਾਰੇ ਗ੍ਰੰਥਾਂ ਦੀ ਹੈ। ਮੈਂ ਤਾਂ ਇਹ ਨਹੀਂ ਮੰਨਦਾ ਕਿ ਗ੍ਰੰਥਾਂ ਦੀ ਤਾਂ ਹੋ ਸਕਦੀ, ਪਰ ਜਿਹੜਾ
ਸਮਾਜਿਕ ਜਿਹੜੀ ਸੋਚ ਹੈਗੀ ਹੈ, ਇੱਕ ਆਪਾਂ ਜੇ ਹਿੰਦੂ ਭਾਈਚਾਰੇ ਦੀ ਗੱਲ ਕਰੀਏ ਜੀ ਤਾਂ ਇੱਥੇ ਉਹਨਾਂ ਨੇ ਕੋਈ ਵੀ ਜਿਹੜਾ ਇਹਦੇ ਇਸ ਧਰਮ ਦੇ ਵਿੱਚ ਰਿਵੋਲਟ ਕਰਕੇ ਗਿਆ ਆ ਉਹਦੇ ਛੇਤੀ ਪੈਰ ਨਹੀਂ ਲੱਗਣ ਦਿੱਤੇ। ਸਿਰਫ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਉਹਨਾਂ ਨੇ ਅਡਾਪਟ ਕੀਤਾ ਆ। ਅਦਰਵਾਈਜ਼ ਅਸੀਂ ਬੁੱਧ ਦੀ ਗੱਲ ਕਰ ਲਈਏ ਤਾਂ ਜੈਨੀਆਂ ਨੂੰ ਵੀ ਇੱਕ ਹਿੰਦੂ ਦਾ ਹਿੱਸਾ ਬਣ ਕੇ ਰਹਿਣਾ ਪੈ ਰਿਹਾ। ਜੇ ਬੁੱਧ ਨੇ ਇੱਕ ਮੁਖਾਲਫਤ ਕਿਸੇ ਜ਼ਮਾਨੇ ਕੀਤੀ ਸੀ ਤਾਂ ਉਹਨਾਂ ਦਾ ਇੱਥੇ ਪੈਰ ਨਹੀਂ ਸੀ ਲੱਗੇ। ਜੇ ਆਪਾਂ ਗੱਲ ਕਰੀਏ ਕਿ ਉਹ ਬਰਦਾਸ਼ਤ ਨਹੀਂ ਕਰਦੇ ਔਰ ਇਸ ਤਰ੍ਹਾਂ ਦੀ ਗੱਲ, ਸਗੋਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਉਹ ਪੈਰ ਨਹੀਂ ਲੱਗਣ ਦਿੰਦੇ ਜੇ ਤੁਸੀਂ ਇੱਥੇ ਮੁਖਾਲਫਤ ਕਰਦੇ ਹੋ ਤਾਂ। ਨਹੀਂ, ਇਹ ਜਿਹੜੀ ਫਿਤਰਤ ਹੈ ਜੀ ਜੀ ਇਹ ਬ੍ਰਾਹਮਣ ਦੀ ਹੈ, ਇਹ ਹਿੰਦੂ ਧਰਮ ਦੀ ਨਹੀਂ ਹੈ। ਜੇ ਹੁਣ ਆਪਾਂ ਬ੍ਰੌਡਲੀ ਸਪੀਕਿੰਗ ਹਿੰਦੂ ਧਰਮ ਦੀ ਗੱਲ ਕਰ ਰਹੇ ਹਾਂ, ਕਿਉਂਕਿ ਅਸੀਂ ਤਾਂ ਇਹ ਵੀ ਨਹੀਂ ਜਾਣਦੇ ਵੀ ਹਿੰਦੂ ਧਰਮ ਕੀ ਹੈ ਔਰ ਕੀ ਪ੍ਰੀਸਾਈਜ਼ ਡੈਫੀਨੇਸ਼ਨ ਹੈ, ਕਿਸ ਨੂੰ ਹਿੰਦੂ ਕਿਹਾ ਜਾ ਸਕਦਾ, ਕਿਸ ਨੂੰ ਨਹੀਂ ਕਿਹਾ ਜਾ ਸਕਦਾ। ਹੁਣੇ ਪਿੱਛੇ ਜਿਹੜੇ ਇੱਕ ਝਾਰਖੰਡ ਦੇ ਮੁੱਖ ਮੰਤਰੀ ਸਨ, ਉਹਨਾਂ ਨੇ ਵੀ ਕਿਹਾ ਕਿ ਅਸੀਂ ਤਾਂ ਹਿੰਦੂ ਨਹੀਂ ਹਾਂ, ਅਸੀਂ ਤਾਂ ਪੁਰਾਣੇ ਬਨਵਾਸੀ ਲੋਕ ਹਾਂ ਔਰ ਸਾਡੇ ਆਪਣੇ ਇੱਕ ਕਲਚਰ ਹੈ, ਸਾਡਾ ਆਪਣਾ ਸਾਰੇ ਰੀਤੀ ਰਿਵਾਜ ਆਣਗੇ। ਇਸ ਤਰ੍ਹਾਂ ਦੇ ਹਜ਼ਾਰਾਂ ਲੱਖਾਂ ਕਿਸਮ ਦੇ ਲੋਕ ਇੱਥੇ ਆਪਣੇ ਹਿੰਦੁਸਤਾਨ 'ਚ ਵਸਦੇ ਨੇ। ਮੈਂ ਪਿੱਛੇ ਇੱਕ ਦੋ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਅਟੈਂਡ ਕੀਤੀਆਂ ਸੀ। ਉੱਥੇ ਵੀ ਆਦੀਵਾਸੀ ਲੋਕ ਅਮਰੀਕਾ ਤੋਂ, ਕੈਨੇਡਾ ਤੋਂ, ਨਿਊਜ਼ੀਲੈਂਡ ਤੋਂ, ਆਸਟ੍ਰੇਲੀਆ ਤੋਂ, ਅਫਰੀਕਾ ਤੋਂ, ਜਿਹੜੇ ਕਹਿੰਦੇ ਸੀ ਅਸੀਂ ਇਹਨੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ, ਸਾਡੇ ਆਪਣੇ ਰੀਤੀ ਰਿਵਾਜ ਆਣਗੇ। ਬਿਲਕੁਲ ਬਿਲਕੁਲ ਇਸ ਤਰ੍ਹਾਂ ਦੇ ਤੁਹਾਡੇ ਸਾਹਮਣੇ ਆ ਅਮਰੀਕਾ ਦਾ ਲੱਖਾਂ ਲੋਕ ਇਸ ਕਿਸਮ ਦੇ ਹਨਗੇ। ਹੁਣ ਇਹ ਜਿਹੜੇ ਇੱਕ ਬ੍ਰਾਹਮਣਵਾਦ ਹੈ ਇਹ ਬਰਦਾਸ਼ਤ ਨਹੀਂ ਕਰਦਾ ਔਰ ਅਨਫੋਰਚੂਨੇਟਲੀ ਨੂੰ ਤੋੜ ਮਰੋੜ ਕੇ ਆਪਣੇ ਹਿਸਾਬ ਨਾਲ ਜਿਹੜਾ ਹੈਗਾ ਉਹ ਐਡਵਾਈਜ਼ਰੀ ਇਹਨਾਂ ਨੇ ਬਣਾਈ ਹੋਈ ਹੈ ਆਪਣੀ ਸੁਪਰੀਮੇਸੀ ਕਾਇਮ ਕਰਨ ਵਾਸਤੇ ਔਰ ਆਪਣੇ ਲੋਕਾਂ ਦੇ ਜ਼ੁਲਮ ਕਰਨ ਵਾਸਤੇ। ਇਹਨਾਂ ਨੇ ਇੱਕ ਕਿਸਮ ਦਾ ਸੰਵਿਧਾਨ ਬਣਾ ਲਿਆ, ਉਹਦੇ ਮਨੂ ਸਮ੍ਰਿਤੀ ਬਣਾ ਲਈ, ਜਿਸ ਨੂੰ ਇਹ ਫੋਲੋ ਕਰਦੇ ਨੇ। ਹੁਣ ਜੇ ਤਾਂ ਬ੍ਰਾਹਮਣ ਇਹ ਕੋਸ਼ਿਸ਼ ਕਰਕੇ ਤੇ ਕੁਝ ਜਾਤਾਂ ਨੂੰ ਨਾਲ ਲਾ ਕੇ ਪਾੜ ਕੇ ਤੇ ਰਾਜ ਕਰਨ ਦੇ ਕਾਬਿਲ ਹੋ ਜਾਏ ਫਿਰ ਤਾਂ ਇਹ ਸਕਸੈਸਫੁਲ ਹੈ। ਤੇ ਜੇ ਇਹ ਨਾ ਹੋਵੇ ਤਾਂ ਫਿਰ ਇਹ ਜਿਹੜਾ ਆਮ ਹਿੰਦੂ ਹੈ ਇਸ ਦੇ ਵਿੱਚ ਇੰਨੀ ਨਫ਼ਰਤ ਲੋਕਾਂ ਦੇ ਪ੍ਰਤੀ ਹੈ ਨਹੀਂ, ਪਰ ਇਹ ਜਿਹੜੀ ਆਪਣੇ ਆਪ ਨੂੰ ਸਦਾ ਵਾਸਤੇ ਕਾਇਮ ਰੱਖਣ ਦੀ ਔਰ ਲੋਕਾਂ ਨੂੰ ਸਦਾ ਗੁਲਾਮ ਰੱਖਣ ਦੀ ਫਿਤਰਤ ਹੈ, ਇਹ ਸਾਰੀ ਬ੍ਰਾਹਮਣ ਦੇ ਵਿੱਚ ਔਰ ਮਨੂ ਸਮ੍ਰਿਤੀ ਦੀ ਪੈਦਾਵਾਰ ਹੈ। ਇਹ ਸਰਦਾਰ ਗੁਰਤੇਜ ਸਿੰਘ ਜੀ, ਮੈਂ ਇੱਕ ਇਹ ਗੱਲ ਜਾਣਨੀ ਚਾਹਣਾ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਜੀ ਧਾਰਾ 370 ਦੇ ਖਿਲਾਫ ਬੋਲਣਾ, ਇਹ ਅਸਹਿਮਤੀ ਹੋ ਸਕਦੀ ਪਰ ਦੇਸ਼ ਧਰੋਹ ਨਹੀਂ ਹੋ ਸਕਦਾ। ਸੁਪਰੀਮ ਕੋਰਟ ਦਾ ਇਹ ਸਾਫ਼ ਆਦੇਸ਼ ਆ ਜੀ। ਇਹਦਾ ਮਤਲਬ ਇਹ ਹੈ ਕਿ ਕਿਉਂਕਿ ਧਾਰਾ 370 ਨੂੰ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਇੱਕ ਵੱਡਾ ਹਿੱਸਾ ਆ ਉਹ ਅਸਹਿਮਤ ਹੈ ਹਾਲੇ ਤੱਕ ਜੀ। ਇਹਦਾ ਮਤਲਬ ਇਹ ਹੈ ਕਿ ਧਾਰਾ 370 ਦੇ ਖਿਲਾਫ ਲੜਾਈ ਲੜਨ ਵਾਸਤੇ ਜੰਮੂ ਕਸ਼ਮੀਰ ਨੂੰ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਜੇ ਆਪਾਂ ਕਹਿ ਲਈਏ ਤਾਂ ਖੁੱਲ੍ਹ ਦੇ ਦਿੱਤੀ ਹੈ, ਕਾਨੂੰਨੀ ਤੌਰ ਤੇ ਖੁੱਲ੍ਹ ਮਿਲ ਗਈ ਹੋਣੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ। ਨਹੀਂ, ਗੱਲ ਇਹ ਹੈਗੀ ਕਿ ਇਹ ਫੈਸਲਾ ਤਾਂ ਉਸ ਨਾਲੋਂ ਵੱਖਰਾ ਹੈ ਤੇ ਇਸ ਦਾ ਨਾ ਬੋਲਣ ਦੀ ਗੱਲ ਕਰ ਰਿਹਾ ਜੀ ਮੈਂ, ਉਹਦੇ ਖਿਲਾਫ ਬੋਲਣ ਦੀ ਜਿਹੜੀ ਲੜਾਈ ਹੈ, ਮਤਲਬ ਬੋਲਣ ਦੀ ਲੜਾਈ ਜਿਹੜੀ ਹਾਂ ਜੀ, ਬੋਲਣ ਦੀ ਲੜਾਈ ਦੇ ਉੱਤੇ ਤਾਂ ਕਦੇ ਵੀ ਇਸ ਤਰ੍ਹਾਂ ਦਾ ਮਤਭੇਦ ਨਹੀਂ ਸੀ। ਸਿਰਫ ਕਸ਼ਮੀਰ ਦੇ ਵਿੱਚ ਇਸ ਕਿਸਮ ਦੀ ਗੱਲ ਕਰ ਰਹੇ ਸੀਗੇ। ਬਾਕੀ ਹਿੰਦੁਸਤਾਨ ਦੇ ਵਿੱਚ ਵੀ ਇਹਨਾਂ ਨੇ ਹੁਣ ਇੱਥੇ ਦੇਖਿਆ ਤੁਸੀਂ ਪੰਜਾਬ ਦੇ ਵਿੱਚ ਵੀ ਜਿਹੜਾ ਐਕਸਪ੍ਰੈਸ਼ਨ ਹੈ ਉਹ ਸੌਖਾ ਨਹੀਂ ਰਿਹਾ। ਕਈ ਸਾਰੇ ਪੱਤਰਕਾਰਾਂ ਨੂੰ ਔਰ ਕਈ ਸਾਰੇ ਪੱਤਰਕਾਰਾਂ ਨੂੰ ਦਿੱਲੀ ਦੇ ਵਿੱਚ ਔਰ ਕਲਬੁਰਗੀ ਵਗੈਰਾ ਦਾ ਤੁਸੀਂ ਇਤਿਹਾਸ ਦੇਖ ਚੁੱਕੇ ਹੋ, ਕਿਸ ਤਰ੍ਹਾਂ ਨਾਲ ਉਹਨਾਂ ਦਾ ਕੀ ਹਸ਼ਰ ਹੋਇਆ ਕਰਨਾਟਕਾ ਦੇ ਵਿੱਚ ਇਤਿਹਾਦ। ਇਹ ਜਿਹੜਾ ਨਵੀਂ ਸਰਕਾਰ ਦਾ ਇਹ ਫੈਸਲਾ ਸੀ ਕਿ ਲੋਕਾਂ ਨੂੰ ਦਬਾ ਕੇ ਰੱਖਣਾ ਹੈ ਔਰ ਉਸ ਦੇ ਵਿੱਚ ਇਹਨਾਂ ਨੇ 370 ਦਾ ਮਸਲਾ ਲਿਆਂਦਾ ਸੀ ਔਰ ਉਹ ਸਾਰੇ ਇੱਕ ਸਟੇਟ ਦੇ ਉੱਤੇ ਇੱਕ ਮਾਰਸ਼ਲ ਲਾਅ ਲਾ ਕੇ ਤੇ ਉਸ ਨੂੰ ਕਾਇਮ ਕੀਤਾ ਸੀਗਾ। ਇਸ ਦੇ ਵਿੱਚ ਥੋੜੀ ਜਿਹੀ ਤਰੇੜ ਪਈ ਹੈ। ਉਹ ਇਸ ਕਰਕੇ ਪਈ ਹੈ ਕਿ ਦੇਖੋ ਅਜੇ ਤੱਕ ਉਹਨਾਂ ਨੇ ਮੁਕੱਦਮਾ ਕੀਤਾ ਹੋਇਆ, ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਕਿ ਜੀ ਇਹ ਜਿਹੜੀ ਧਾਰਾ 370 ਨੂੰ ਤੋੜਿਆ ਗਿਆ ਹੈ ਇਹ ਗੈਰ ਕਾਨੂੰਨੀ ਹੈ ਔਰ ਇਸ ਸੰਵਿਧਾਨ ਦੀ ਮਨਸ਼ਾ ਦੇ ਵਿਰੁੱਧ ਹੈ। ਇਹ ਚੀਜ਼ ਉੱਥੇ ਉਹਨਾਂ ਨੇ ਕਹੀ ਹੋਈ ਹੈ ਔਰ ਉਹ ਅਜੇ ਤਾਈਂ ਆਉਣਾ ਹੈ ਉਸ ਦੇ ਵਿੱਚ ਫੈਸਲਾ, ਬਿਲਕੁਲ ਉਹ ਫੈਸਲਾ ਆਉਣਾ ਔਰ ਅਜੇ ਤਾਈਂ ਡਿਸਕਸ਼ਨ ਵੀ ਨਹੀਂ ਹੋਇਆ ਉਸ ਦੇ ਉੱਤੇ, ਕੋਈ ਗੱਲ ਤਰੀਕ ਵੀ ਨਹੀਂ। ਇਹ ਕਿੱਡੀ ਅਜੀਬ ਗੱਲ ਹੈ ਜੇ ਆਪਾਂ ਇਹ ਗੱਲ ਕਹੀਏ, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਪੈਰਵਾਈ ਹਲੇ ਚੱਲ ਰਹੀ ਹੈ। ਪੈਰਵਾਈ ਕਿਉਂਕਿ ਪੈਰਵਾਈ ਦੇ ਪਿੱਛੇ ਬਹੁਤ ਸਾਰੀਆਂ ਏਜੰਸੀਆਂ ਹੁੰਦੀਆਂ ਕਾਰਵਾਈ ਕਰਨ ਵਾਲੀਆਂ ਜੀ। ਇਹ ਫੈਸਲਾ ਬਹੁਤ ਜਲਦੀ ਦੇ ਦੇਣਾ ਕਿ 370 ਧਾਰਾ ਦੇ ਉੱਤੇ ਅਸਹਿਮਤੀ ਪ੍ਰਗਟਾਉਣਾ
ਦੇਸ਼ ਧਰੋਹ ਨਹੀਂ ਹੋ ਸਕਦਾ। ਜੀ ਪਰ 370 ਧਾਰਾ ਦੇ ਬਾਰੇ ਕੋਈ ਫੈਸਲਾ ਨਾ ਦੇਣਾ, ਇਹ ਕਿਸ ਤਰ੍ਹਾਂ ਦਾ ਜਿਹੜਾ ਇਹ ਨਿਆਂ ਹੈ, ਕਿਸ ਤਰ੍ਹਾਂ ਦੀ ਨਿਆਂ ਪ੍ਰਣਾਲੀ ਹੈ? ਐਕਚੁਅਲੀ ਜਿਹੜੀ ਨਿਆਂ ਪ੍ਰਣਾਲੀ ਇੰਨੀ ਸਾਡੀ ਰੌਲ ਘਚੋਲਾ ਹੋ ਚੁੱਕੀ ਹੈ ਇਹਦੇ ਵਿੱਚ ਕਿ ਪਿੱਛੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ, ਜਿਹੜੇ ਕਿ ਅੱਜ ਕੱਲ ਰਾਜ ਸਭਾ ਦੇ ਮੈਂਬਰ ਹਨ, ਮਿਸਟਰ ਬੌਬਡੇ ਜੀ, ਉਹਨਾਂ ਨੇ ਵੀ ਕਿਹਾ ਕਿ ਸੁਪਰੀਮ ਕੋਰਟ ਜਾਣ ਤੋਂ ਤਾਂ ਮੈਂ ਵੀ ਕਤਰਾਉਣਾ। ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਕਿ ਸੁਪਰੀਮ ਕੋਰਟ ਦੇ ਵਿੱਚ ਵਾਜਬ ਨਹੀਂ ਕਿ ਹਰ ਇੱਕ ਆਦਮੀ ਨੂੰ ਨਿਆਂ ਮਿਲ ਸਕੇ ਜਾਂ ਹਰ ਇੱਕ ਨਿਆਇਕ ਮਸਲਾ ਨਿਆਇਕ ਤਰੀਕੇ ਨਾਲ ਹੱਲ ਕੀਤਾ ਜਾ ਸਕੇ। ਜਸਟਿਸ ਕਾਟਜੂ ਜਿਹੜੇ ਕਾਫੀ ਦੇਰ ਤੱਕ ਜੱਜ ਰਹੇ ਨੇ, ਉਹਨਾਂ ਦੇ ਜਿਹੜੇ ਸਹਿਮਤੀ ਦੇ ਬੋਲ ਅਸੀਂ ਸੁਣਦੇ ਰਹਿੰਦੇ ਹਾਂ। ਸੋ ਸਾਰਾ ਕੁਝ ਇਹ ਸੁਪਰੀਮ ਕੋਰਟ ਦੇ ਵਿੱਚ ਇੱਕ ਕਿਸਮ ਦੀ, ਜਿਸ ਵੇਲੇ ਐਮਰਜੈਂਸੀ ਲੱਗੀ ਸੀ ਉਸ ਵੇਲੇ ਇੱਕ ਕਿਸਮ ਦੀ ਦਹਿਸ਼ਤ ਸੀ ਸੁਪਰੀਮ ਕੋਰਟ ਦੇ ਵਿੱਚ। ਬਾਅਦ ਦੇ ਵਿੱਚ ਜੱਜਸ ਕਹਿੰਦੇ ਰਹੇ ਕਿ ਜੀ ਸਾਨੂੰ ਸਾਡੇ ਉੱਤੇ ਬੜਾ ਦਬਾਅ ਸੀਗਾ, ਲੋਕ ਸਾਡੇ ਘਰਾਂ ਦੇ ਸਾਹਮਣੇ ਫਿਰਦੇ ਸੀ, ਕੋਈ ਫਿਜ਼ੀਕਲ ਵੀ ਉਹਨਾਂ ਦਾ ਪ੍ਰੋਬਲਮ ਸੀ, ਤਾਂ ਇਹ ਬਾਅਦ ਦੇ ਵਿੱਚ ਇਹਨਾਂ ਨੇ ਦੱਸਿਆ। ਲੇਕਿਨ ਸੁਪਰੀਮ ਕੋਰਟ ਦੇ ਜੱਜਸ ਵਾਸਤੇ ਇੰਨੀ ਪ੍ਰੋਟੈਕਸ਼ਨ ਹੈ, ਇੰਨਾ ਉਹਨਾਂ ਨੂੰ ਮਹਿਫੂਜ਼ ਰੱਖਿਆ ਜਾਂਦਾ ਹੈ, ਔਰ ਪੁਲਿਸ ਦਾ ਸਾਰਾ ਪਹਿਰਾ ਉਹਨਾਂ ਦੇ ਉੱਤੇ, ਔਰ ਸਾਰੀ ਹਿੰਦੁਸਤਾਨ ਔਰ ਸਾਰੀ ਦੁਨੀਆ ਦੀ ਨਿਗਾਹਾਂ ਦੇ ਵਿੱਚ ਉਹ ਰਹਿੰਦੇ ਨੇ, ਜਿਹਦੇ ਨਾਲ ਕਿ ਉਹ ਇੱਕ ਹੋਰ ਕਿਸਮ ਦਾ ਕਵਚ ਉਹਨਾਂ ਨੂੰ ਰੱਖਿਆ ਤਾਂ ਮਿਲ ਜਾਂਦਾ ਹੈ ਤੇ ਉਹਦਾ ਬਹੁਤ ਸੁਰੱਖਿਆ ਮਿਲ ਜਾਂਦਾ ਹੈ। ਪਰ ਜਿਹੜੇ ਇਮਾਨਦਾਰ ਇਸ ਤਰ੍ਹਾਂ ਦੇ ਜੱਜ ਹੈ, ਮੈਂ ਮੁਆਫੀ ਚਾਹੂੰਗਾ, ਮੈਂ ਤੁਹਾਡੀ ਗੱਲ ਜਿਹੜੀ ਅੱਗੇ ਤੋਰਨ ਵਾਸਤੇ ਮੈਂ ਇਹ ਤੁਹਾਡੀ ਗੱਲ ਕੱਟੀ ਸੀ ਜੀ। ਤੁਹਾਨੂੰ ਯਾਦ ਹੋਣਾ 2020 ਚ ਕੀ ਹੋਇਆ ਸੀ, ਜਦੋਂ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਦੰਗੇ ਹੋਏ ਸੀ। ਜਦੋਂ ਉਹਨਾਂ ਦਿਨਾਂ ਦੇ ਦੌਰਾਨ ਅੱਧੀ ਰਾਤ ਨੂੰ ਇੱਕ ਜੱਜ ਨੇ, ਇੱਕ ਜੇ ਆਪਾਂ ਕਹਿ ਲਈਏ ਤੇ ਮਨੁੱਖਤਾ ਉਹਨਾਂ ਦੇ ਅੰਦਰ ਜਾਗੀ ਹੋਈ ਸੀ, ਉਹਨਾਂ ਨੇ ਅੱਧੀ ਰਾਤ ਨੂੰ ਕੇਸ ਸੁਣਿਆ ਸੀ। ਉਹ ਮੁਰਲੀ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਅੱਧੀ ਰਾਤ ਨੂੰ ਕੇਸ ਸੁਣਿਆ ਸੀ ਜੀ। ਔਰ ਰਾਤ ਨੂੰ ਇਹ ਮਾਮਲਾ, ਕਿਉਂਕਿ ਉਦੋਂ ਸਾਰੇ ਅਖਬਾਰਾਂ ਦੇ ਵਿੱਚ ਆਇਆ ਸੀ ਕਿ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰ ਸੀ ਜਿਨ੍ਹਾਂ ਦਾ ਸਿੱਧਾ ਨਾਂ ਆ ਰਿਹਾ ਸੀ ਦੰਗਿਆਂ ਦੇ ਵਿੱਚ। ਰਾਤ ਨੂੰ ਸੁਣਵਾਈ ਕਰਨੀ, ਅੱਗਾਂ ਲਾਤੀਆਂ ਘਰਾਂ ਨੂੰ, ਔਰ ਬਹੁਤ ਸਾਰਾ ਨੁਕਸਾਨ ਹੋਇਆ, ਜਾਨੀ ਨੁਕਸਾਨ ਵੀ ਹੋਇਆ, 50-60 ਬੰਦੇ ਮਾਰੇ ਗਏ। ਔਰ ਉਦੋਂ ਜਦੋਂ ਜਿਹੜੇ ਜੱਜ ਨੇ ਸੁਣਵਾਈ ਰਾਤ ਨੂੰ ਅੱਧੀ ਰਾਤ ਨੂੰ ਕੀਤੀ ਸੀ ਔਰ ਕਿਹਾ ਸੀ ਕਿ ਜਿਹੜੇ ਇਸ ਵੇਲੇ ਪੀੜਤ ਲੋਕ ਹੈਗੇ ਆ, ਜਿਹੜੇ ਫੱਟੜ ਹੈਗੇ ਆ ਇਹਨਾਂ ਦੰਗਿਆਂ ਦੇ ਵਿੱਚ, ਉਹਨਾਂ ਦਾ ਰਾਤ ਨੂੰ ਇਲਾਜ ਹੋਣਾ ਚਾਹੀਦਾ, ਉਹਨਾਂ ਰਾਤ ਇਹ ਵੀ ਹੁਕਮ ਸੁਣਾਏ ਸੀ। ਉਸ ਤੋਂ ਕੁਝ ਦਿਨਾਂ ਬਾਅਦ ਉਹਨਾਂ ਦਾ ਤਬਾਦਲਾ ਹੋ ਜਾਂਦਾ ਹੈ। ਨਹੀਂ ਜੀ, ਉਸੇ ਰਾਤ ਨੂੰ ਹੋ ਗਿਆ ਸੀ। ਉਸੇ ਰਾਤ ਨੂੰ ਹੀ, ਹਾਂ ਉਸੇ ਰਾਤ ਹੀ, ਸੌਰੀ, ਹਾਂ ਤਬਾਦਲਾ ਹੋ ਜਾਂਦਾ ਹੈ। ਫਰਵਰੀ ਦੀ ਘਟਨਾ ਇਹ ਜੀ। ਤੋਂ ਇਸ ਤਰ੍ਹਾਂ ਦੇ ਜਿਹੜੇ ਜਦੋਂ ਜੱਜਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਮਾਮਲੇ ਆਉਂਦੇ, ਉਹ ਤਾਂ ਤਿਆਰ ਬੈਠੇ ਸੀ। ਚੰਡੀਗੜ੍ਹ ਤਬਾਦਲਾ ਉਹਨਾਂ ਦਾ ਹੋਇਆ ਸੀ, ਉਹ ਤਿਆਰ ਬੈਠੇ ਸੀ। ਤਾਂ ਇਹ ਵੀ ਤਾਂ ਇੱਕ ਦਹਿਸ਼ਤ ਹੋ ਸਕਦੀ ਇਸ ਤਰ੍ਹਾਂ ਦੀ। ਨਹੀਂ, ਇਹ ਦਹਿਸ਼ਤ ਤਾਂ ਹੈ, ਹਾਂ, ਵਰਨਾ ਜੱਜ ਨੂੰ ਕਿਹੜੀ ਪ੍ਰੋਬਲਮ ਹੈ ਕਿ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਤਬਾਦਲੇ ਦਾ ਉਹਦੇ ਨਾਲ ਕੋਈ ਕੰਸਰਨ ਨਹੀਂ ਹੈਗਾ। ਨਹੀਂ, ਸਰਕਾਰ ਕਹਿੰਦੀ ਹੈ ਕਿ 7 ਦਿਨ ਪਹਿਲਾਂ ਤਬਾਦਲਾ ਹੋ ਗਿਆ ਸੀ, ਲੇਕਿਨ ਉਹ ਤਾਂ ਗੱਲਾਂ ਹੁੰਦੀਆਂ, ਕੋਈ ਕਾਗਜ਼ੀ ਤਿਆਰ ਕਰਨਾ ਹੁੰਦਾ। ਤੇ ਜਿਹੋ ਜੀ ਸਰਕਾਰ ਹੈਗੀ, ਇਸ ਕੋਲੋਂ ਕੁਝ ਵੀ ਉਮੀਦ ਰੱਖੀ ਜਾ ਸਕਦੀ ਹੈ, ਕੁਝ ਵੀ ਕਰ ਸਕਦੀ ਹੈ। ਗੱਲ ਇਹ ਹੁੰਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਥੋੜੀ ਬਹੁਤ ਜਾਨ ਹੈ, ਹੁਣ ਇੱਕ ਤਾਂ ਪ੍ਰੋਬਲਮ ਇਹ ਆ ਗਿਆ ਕਿ ਹਰ ਇੱਕ ਆਦਮੀ ਆਪਣੀ ਰਿਟਾਇਰਮੈਂਟ ਤੋਂ ਬਾਅਦ ਫੇਰ ਕੰਮ ਕਰਨਾ ਚਾਹੁੰਦਾ ਹੈ, ਫੇਰ ਤਨਖਾਹ ਲੈਣਾ ਚਾਹੁੰਦਾ ਹੈ, ਫੇਰ ਉਹ ਪਬਲਿਕ ਆਈ ਦੇ ਵਿੱਚ ਰਹਿਣਾ ਚਾਹੁੰਦਾ ਹੈ ਵੀ ਲੋਕ ਮੈਨੂੰ ਕਹਿਣ ਵੀ ਇਹ ਬੜਾ ਅਹਿਮ ਆਦਮੀ ਹੈ ਸਾਡੇ ਸਮਾਜ ਦਾ। ਤੇ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੈਗੀਆਂ, ਉਹਨਾਂ ਨੂੰ ਕੇਟਰ ਕਰਨ ਵਾਸਤੇ ਇਹ ਲੋਕਾਂ ਦੇ ਸਾਹਮਣੇ ਝੁਕਦੇ ਹੈ। ਪਤਾ ਨਹੀਂ ਕਿੰਨੇ ਵਾਰ ਜਲੀਲ ਹੁੰਦੇ ਹੈ, ਇੱਕ ਆਪਣੇ ਆਪ ਨੂੰ ਇੰਪੋਰਟੈਂਟ ਦਿਖਾਉਣ ਵਾਸਤੇ, ਮਾਨ ਪਾਉਣ ਵਾਸਤੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਨੂੰ ਝੁਕਣਾ ਪੈਂਦਾ ਔਰ ਲੋਕਾਂ ਦੇ ਪੈਰਾਂ ਨੂੰ ਹੱਥ ਲਾਉਣਾ ਪੈਂਦਾ। ਇਹ ਤਾਂ ਇੰਡੀਵਿਜੂਅਲ ਦੀ ਗੱਲ ਹੈ। ਕਈ ਲੋਕ ਹਨਗੇ ਜਿਨ੍ਹਾਂ ਨੇ ਇਹੋ ਜਿਹੀ ਚੀਜ਼ ਨੂੰ ਲੱਤ ਮਾਰੀ ਹੈ। ਉਹਨਾਂ ਨੇ ਕਿਹਾ ਕਿ ਕੀ ਇਹ ਨੌਕਰੀਆਂ ਹੁੰਦੀਆਂ, ਸਾਰੀ ਉਮਰ ਨੌਕਰੀ ਕੀਤੀ ਹੈ। ਕਾਟਜੂ ਵੀ ਤਾਂ ਹੈ ਨਾ, ਦੂਸਰੇ ਹੋਰ ਵੀ ਹਨਗੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਸਾਰੀ ਉਮਰ ਨੌਕਰੀ ਕੀਤੀ ਹੈ ਤੇ ਹੁਣ ਕਾਹਦੇ ਵਾਸਤੇ ਅਸੀਂ ਜ਼ਲੀਲ ਹੋਈਏ। ਇੱਕ ਜ਼ਮਾਨੇ ਤੁਸੀਂ ਵੀ ਆਈਐਸ ਅਹੁਦੇ ਨੂੰ ਜਿਹੜਾ ਹੈਗਾ ਤਿਆਗ ਦਿੱਤਾ ਸੀ। ਹਾਂਜੀ, ਕੋਈ ਸਮਾਂ ਆਉਂਦਾ ਹੈ ਜੀ ਜਿਸ ਵੇਲੇ ਕਿ ਸਮਾਜ ਤੁਹਾਡੇ ਸਾਹਮਣੇ ਹੁੰਦਾ ਹੈ ਔਰ ਉਸ ਦੀ ਜਿਹੜੀ ਜੋ ਪੰਜਾਬ 'ਚ ਵਾਪਰ ਰਿਹਾ ਸੀ, ਤੁਸੀਂ ਕਿਹਾ ਕਿ ਮੇਰੇ ਲਈ ਨੌਕਰੀ ਵੱਡੀ ਨਹੀਂ, ਜੋ ਕੁਝ ਅਸੀਂ ਜਾ ਰਹੇ ਹਾਂ ਉਹ ਭੀੜ ਬਰਦਾਸ਼ਤਯੋਗ ਨਹੀਂ ਹੈ, ਤੁਸੀਂ ਵੀ ਛੱਡਤਾ ਸੀ ਉਹਦਾ। ਹਾਂ, ਇਹ ਦੇਖੋ, ਇਹ ਟਾਈਮ ਹਰ ਇੱਕ ਦੇ ਉੱਤੇ ਆਉਂਦਾ ਹੈ, ਕਿਉਂਕਿ ਹਰ ਇੱਕ ਸਮੇਂ ਦੇ ਵਿੱਚ ਤੁਹਾਨੂੰ ਇਹ ਡਿਸਾਈਡ ਕਰਨਾ ਪੈਂਦਾ ਹੈ ਕਿ ਤੁਹਾਡੀ ਕੌਨਸ਼ੀਅੰਸ, ਤੁਹਾਡਾ ਪਰਮਾਤਮਾ
ਤੁਹਾਡਾ ਸਮਾਜ ਦੀ ਕੀ ਰਿਕੁਆਇਰਮੈਂਟ ਹੈ। ਤੁਸੀਂ ਨੌਕਰ ਕਿਹਦੇ ਹੋ? ਤੁਸੀਂ ਨੌਕਰ ਤਾਂ ਸਮਾਜ ਦੇ ਹੋ। ਬਿਲਕੁਲ। ਤੁਸੀਂ ਕੋਈ ਕਿਸੇ ਗਵਰਨਮੈਂਟ ਦੇ ਕਿਸੇ ਬੰਦੇ ਦੇ ਨੌਕਰ ਨਹੀਂ। ਪਬਲਿਕ ਸਰਵੈਂਟ ਕਿਹਾ ਜਾਂਦਾ ਹੈ। ਪਬਲਿਕ ਸਰਵੈਂਟ ਆ ਅਸੀਂ। ਪਬਲਿਕ ਸਰਵੈਂਟ ਜੇ ਪਬਲਿਕ ਨੂੰ ਸਰਵ ਕਰਨਾ ਹੈ ਤੇ ਤੁਸੀਂ ਪਬਲਿਕ ਦੇ ਬਰਖਲਾਫ ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਰਨ ਵਾਸਤੇ, ਤਾਂ ਤੁਹਾਡੀ ਚੋਇਸ ਹੈ, ਤੁਸੀਂ ਕਰੋ ਨਾ ਕਰੋ। ਸਰ ਸਾਡੇ ਕੋਲ ਨਾ ਟਾਈਮ ਥੋੜਾ ਰਹਿ ਗਿਆ ਹੈ, 4-5 ਮਿੰਟ ਪਏ ਆ। ਮੈਂ ਇਹਦੇ ਵਿੱਚ ਇਹ ਗੱਲ ਜਾਣਨੀ ਚਾਹੁੰਦਾ ਆ ਕਿ ਤੁਹਾਨੂੰ ਇਹ ਵੀ ਯਾਦ ਹੈ ਪਿਛਲੇ ਦਿਨੀ ਜਦੋਂ ਦਿਸ਼ਾ ਜਿਹੜੀ 21 ਸਾਲ ਦੀ ਲੜਕੀ ਜਿਹੜੀ ਵਾਤਾਵਰਨ ਕਾਰਕੁਨ ਸੀ ਜੀ ਉਹਦੇ ਤੇ ਬਹੁਤ ਸਾਰੇ ਇਲਜ਼ਾਮ ਲਾਏ ਗਏ, ਦੇਸ਼ ਧਰੋਹ ਦਾ ਕੇਸ ਪਾਤਾ ਗਿਆ, ਖਾਲਿਸਤਾਨੀਆਂ ਨਾਲ ਸੰਬੰਧ ਜਿਹੜੇ ਆ ਉਹ ਦਿਖਾਏ ਗਏ ਕੌਮਾਂਤਰੀ ਪੱਧਰ ਤੇ, ਔਰ ਉਹ ਬੜਾ ਉਹਨੂੰ ਖਤਰਨਾਕ ਅਪਰਾਧੀ ਬਣਾ ਕੇ ਪੁਲਿਸ ਨੇ ਪੇਸ਼ ਕਰ ਦਿੱਤਾ। ਟੂਲ ਕਿਟ ਦਾ ਕੇਸ ਬਣਾਇਆ। ਬਾਅਦ 'ਚ ਫਿਰ ਉਹਦੇ ਤੇ ਟਿੱਪਣੀ ਕਰਦਿਆਂ ਜਿਹੜਾ ਕੋਰਟ ਨੇ ਕਿਹਾ ਕਿ ਇਹ ਅਸਹਿਮਤੀ ਪ੍ਰਗਟਾਉਣੀ ਇਸੇ ਤਰ੍ਹਾਂ ਦੀ ਟਿੱਪਣੀ ਸੀ ਜਿਹੜੀ ਸੁਪਰੀਮ ਕੋਰਟ ਦੀ ਆਈ ਹੈ ਵੀ ਇਹ ਕੋਈ ਦੇਸ਼ ਧਰੋਹ ਦਾ ਕੇਸ ਨਹੀਂ ਬਣਦਾ ਤੇ ਨਾ ਹੀ ਖਾਲਿਸਤਾਨ ਨਾਲ ਸੰਬੰਧਾਂ ਦਾ ਤੁਸੀਂ ਕੇਸ ਸਾਬਤ ਕਰ ਸਕੇ ਹੋ। ਜੇ ਇੱਕ ਨੌਜਵਾਨ ਲੜਕੀ ਦੀ ਜ਼ਿੰਦਗੀ ਦੇ ਉੱਤੇ ਕੁਐਸਚਨ ਮਾਰਕ ਲਾਇਆ ਜਿਹੜੀ ਪੁਲਿਸ ਨੇ ਉਹਨੂੰ ਹਰਾਸ ਕੀਤਾ, ਉਹਨੂੰ ਜਿਸਮਾਨੀ ਔਰ ਮਾਨਸਿਕ ਪੀੜਾ ਦਿੱਤੀ, ਉਸ ਪੁਲਿਸ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਸੀ? ਦੇਖੋ ਇਹੀ ਤਾਂ ਸਾਡੇ ਪ੍ਰੋਬਲਮ ਹੈ। ਜਿਹੜੀ ਇਹ ਕੋਰਟ ਸਨਗੀਆਂ ਇਹ ਅਗਲੇ ਨੂੰ ਬਰੀ ਕਰ ਦਿੰਦੀਆਂ। ਹੁਣ ਕਈ ਸਾਲ ਤੱਕ 5-5 ਸਾਲ ਕਈ 10-10 ਸਾਲ ਤੱਕ ਜੇਲ੍ਹ ਦੇ ਵਿੱਚ ਰਹਿੰਦੇ ਆ। ਉਸ ਤੋਂ ਬਾਅਦ ਕਹਿੰਦੇ ਇਹਨਾਂ ਦੇ ਬਰਖਲਾਫ ਕੋਈ ਸਬੂਤ ਨਹੀਂ। ਜੇ ਸਬੂਤ ਨਹੀਂ ਹੈਗਾ ਤਾਂ ਜਿਹੜੇ 15 ਸਾਲ ਉਹਨਾਂ ਦੇ ਜੇਲ੍ਹ ਦੇ ਵਿੱਚ ਬੀਤ ਗਏ ਔਰ ਜਿਹੜਾ ਉਹਨਾਂ ਦੇ ਉੱਤੇ ਇੰਨਾ ਇੱਕ ਧੱਬਾ ਲੱਗਿਆ ਵੀ ਇਹ ਕ੍ਰਿਮੀਨਲ ਹੋਣਗੇ, ਉਹ ਉਸ ਦੇ ਬਾਰੇ ਭਰਪਾਈ ਕੌਣ ਕਰੇਗਾ? ਸੋ ਸੁਪਰੀਮ ਕੋਰਟ ਨੂੰ ਚਾਹੀਦਾ ਹੈ, ਔਰ ਇਹ ਵੈਸੇ ਮਸਲਾ ਜਿਹੜਾ ਸੀਗਾ ਇਹ ਇੱਕ ਸੈਸ਼ਨ ਜੱਜ ਦਾ ਸੀ, ਔਰ ਸੈਸ਼ਨ ਜੱਜ ਨੇ ਇਹ ਧਰਮਿੰਦਰ ਰਾਣਾ ਸੀ ਜਿਹੜਾ ਸੈਸ਼ਨ ਜੱਜ ਸੀ, ਔਰ ਇਸ ਨੇ ਇਹ ਰਿਜ਼ੋਲਵ ਕੀਤਾ ਸੀ। ਔਰ ਸਾਰੀ ਗੱਲ ਮੇਰੇ ਖਿਆਲ ਦੇ ਵਿੱਚ ਸ਼ੁਰੂ ਹੀ ਇੱਥੋਂ ਹੋਈ ਹੈ। ਜੇ ਆਪਾਂ ਜਿਹੜਾ ਉਹ ਮੁਰਲੀਧਰਨ ਵਾਲੇ ਕੇਸ ਨੂੰ ਤਾਂ ਥੋੜਾ ਜਿਹਾ ਇਸ ਤਰ੍ਹਾਂ ਨਾ ਲਈਏ ਕਿਉਂਕਿ ਉਹ ਜਸਟਿਸ ਤਾਂ ਜਜਮੈਂਟ ਦੇ ਨਹੀਂ ਸਕੇ, ਤਾਂ ਇਹ ਸਾਰਾ ਮਸਲਾ ਹੀ ਸ਼ੁਰੂ ਇੱਥੋਂ ਹੋਇਆ। ਸਾਨੂੰ ਪਤਾ ਲੱਗਣ ਲੱਗਿਆ ਕਿ ਸੁਪਰੀਮ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ, ਜੱਜਸ ਦੇ ਵਿੱਚ ਕੋਈ ਜਾਨ ਹੈ, ਇਹਨਾਂ ਦੀ ਕੋਈ ਬੈਕਬੋਨ ਹੈ। ਸਾਨੂੰ ਇਹ ਧਰਮਿੰਦਰ ਰਾਣੇ ਦੇ ਕੇਸ ਤੋਂ ਪਤਾ ਲੱਗਣ ਲੱਗਿਆ। ਇੱਕ ਬੱਚੀ ਨੂੰ ਲੈ ਕੇ ਫੜ ਕੇ ਇੰਨਾ ਜ਼ੁਲਮ ਕਰਨਾ ਉਸ ਦੇ ਨਾਲ, ਔਰ ਫਿਰ ਕਹਿਣਾ ਕਿ ਜੀ ਤਾਂ ਪ੍ਰੋਸੈਸ ਹੈ। ਹੁਣ ਜੇ ਪ੍ਰੋਸੈਸ ਦੇ ਵਿੱਚ ਤੁਹਾਡੀ ਪਨਿਸ਼ਮੈਂਟ ਹੋਵੇ, ਤੁਸੀਂ ਉਸ ਨੂੰ ਪ੍ਰੋਸੈਸ ਨੂੰ ਪਨਿਸ਼ਮੈਂਟ ਦੇ ਤੌਰ ਦੇ ਉੱਤੇ ਵਰਤੋ, ਤਾਂ ਫਿਰ ਇਹ ਇੱਕ ਜੁਡੀਸ਼ਰੀ ਕਾਹਦੀ ਹੋਈ ਤੇ ਕਾਹਦਾ ਨਿਆਂ ਹੋਇਆ? ਇਹੋ ਜਿਹੇ ਮਸਲਿਆਂ ਦੇ ਵਿੱਚ ਚਾਹੀਦਾ ਹੈ ਜੱਜ ਨੂੰ ਉਸੇ ਵੇਲੇ ਜੱਜਮੈਂਟ ਦੇਣ ਕਿ ਜੀ ਇਸ ਦਾ ਇੰਨਾ ਨੁਕਸਾਨ ਹੋਇਆ ਔਰ ਇਹਦੇ ਇੰਨੀ ਭਰਪਾਈ ਕਰਨੀ ਬਣਦੀ ਹੈ, ਇੰਨੇ ਪੈਸੇ ਫਲਾਨਾ ਦੇਵੇ, ਇੰਨੇ ਪੈਸੇ ਫਲਾਨਾ ਦੇਵੇ। ਜਿਸ ਤਰ੍ਹਾਂ ਅੱਜ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ 51,000 ਇਹ ਫਾਈਨ ਕੀਤਾ, ਇਹ ਕਰਨਾ ਬਣਦਾ ਹੈ ਔਰ ਉਹਨਾਂ ਨੂੰ ਕੰਪਨਸੇਸ਼ਨ ਮਿਲਣਾ ਚਾਹੀਦਾ ਹੈ। ਸਾਰੀ ਜ਼ਿੰਦਗੀ ਲੋਕ ਜੇਲ੍ਹਾਂ ਦੇ ਵਿੱਚ ਸੜ ਜਾਂਦੇ। ਉਹਦੀ ਜਿਹੜੀ ਅਗਵਾਈ ਕਰ ਰਿਹਾ, ਜਿਹੜੀ ਇਸ ਪੈਰਵਾਈ ਕਰਨ ਵਾਲੇ ਜਿਹੜਾ ਅਫਸਰ ਹੈ ਪੁਲਿਸ ਦਾ, ਉਹਨੂੰ ਤਾਂ ਘੱਟੋ ਘੱਟ ਜਿਹੜਾ ਹੈਗਾ ਵੀ ਉਹਨੂੰ ਤਾਂ ਕੋਈ ਨਾ ਕੋਈ ਸਜ਼ਾ ਹੋਣੀ ਚਾਹੀਦੀ ਹੈ ਨਾ, ਚਾਹੇ ਉਹਦਾ ਤਰੱਕੀ ਰੋਕਤੀ ਜਾਏ, ਚਾਹੇ ਉਹਦੀ ਇੰਕਰੀਮੈਂਟ ਰੋਕ, ਕੁਝ ਵੀ ਕੀਤਾ ਉਹਦਾ ਡਿਸਮਿਸ ਹੋਣਾ ਚਾਹੀਦਾ ਹੈ। ਦੇਖੋ ਕਾਨੂੰਨ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਇੰਪਲੀਮੈਂਟ ਕਰਨ ਵਾਸਤੇ ਤੁਸੀਂ ਬਣੇ ਹੋ, ਤੇ ਤੁਸੀਂ ਕਾਨੂੰਨ ਦੀ ਮਨਸ਼ਾ ਦੇ ਬਰਖਲਾਫ ਲੋਕਾਂ ਨੂੰ ਜਾ ਕੇ ਹੈਰੈਸ ਕਰ ਰਹੇ ਹੋ, ਤਾਂ ਤੁਹਾਡਾ ਰਹਿਣ ਦਾ ਕੋਈ ਮਕਸਦ ਹੀ ਨਹੀਂ ਕਿ ਕਾਹਦੇ ਵਾਸਤੇ ਤੁਸੀਂ ਪੁਲਿਸ ਦੇ ਵਿੱਚ ਬੈਠੇ ਹੋ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸਮਾਂ ਸਮਾਪਤ ਹੋ ਗਿਆ ਜੀ, ਸਮਾਂ ਸਾਡੇ ਕੋਲੇ ਬਹੁਤਾ ਨਹੀਂ ਬਚਿਆ ਸੀ, ਪਰ ਗੱਲਾਂ ਬੜੀਆਂ ਮਹੱਤਵਪੂਰਨ ਹੋਈਆਂ। ਤੁਸੀਂ ਆਪਣੇ ਕਿਉਂਕਿ ਤੁਸੀਂ ਇਤਿਹਾਸਕਾਰ ਹੋ, ਤੁਸੀਂ ਰਾਜਨੀਤੀ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਅਫਸਰਸ਼ਾਹੀ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਆਪ ਬਹੁਤ ਵੱਡੇ ਆਫੀਸਰ ਰਹੇ ਹੋ, ਵੱਖ-ਵੱਖ ਵਿਭਾਗਾਂ ਦੇ ਤੁਸੀਂ ਮੁਖੀ ਰਹੇ ਹੋ। IAS ਹੋਣਾ ਕੋਈ ਛੋਟੀ ਗੱਲ ਨਹੀਂ ਹੈ, ਤੁਸੀਂ ਟੌਪਰ ਵੀ ਹੋ, ਮੈਨੂੰ ਪਤਾ ਹੈ ਜਦੋਂ ਤੁਸੀਂ IAS ਕੀਤੀ ਸੀ। ਸੋ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਬੜੀਆਂ ਮਹੱਤਵਪੂਰਨ ਆ, ਪਰ ਇਸ ਵਿਸ਼ੇ ਤੇ ਅਸੀਂ ਅੱਗੇ ਜਾ ਕੇ ਫਿਰ ਵੀ ਜ਼ਰੂਰ ਤੁਹਾਨੂੰ ਤਕਲੀਫ ਦੇਵਾਂਗੇ, ਤੁਹਾਨੂੰ ਸਟੂਡੀਓ 'ਚ ਇੱਕ ਵਾਰ ਬੁਲਾਵਾਂਗੇ ਔਰ ਬਾਕੀ ਰਹਿੰਦੀਆਂ ਗੱਲਾਂ ਅਸੀਂ ਫਿਰ ਕਰਾਂਗੇ। ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਜ਼ਰੂਰ ਦੱਸਣਾ। ਤੁਹਾਡਾ ਸ਼ੁਕਰੀਆ, ਸਾਡੇ ਨਾਲ ਤੁਸੀਂ ਬਣੇ ਰਹੇ, ਔਰ ਤੁਹਾਡਾ ਵੀ ਸਰ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ, ਤੁਹਾਡਾ ਧੰਨਵਾਦ।